ਜਦੋਂ ਮੈਂ ਪਹਿਲੀ ਵਾਰ ਇਹ ਤਸਵੀਰ ਦੇਖੀ ਕਿ ਅੱਗਾਂ ਲਾਈਆਂ ਜਾ ਰਹੀਆਂ, ਟ੍ਰੇਨਾਂ ਫੂਕੀਆਂ ਜਾ ਰਹੀਆਂ ਨੇ, ਤੇ ਸਭ ਤੋਂ ਪਹਿਲਾਂ ਮੇਰੇ ਜ਼ਿਹਨ 'ਚ ਆਇਆ ਕਿ ਹੋ ਕਿਹੜੇ ਰਾਜ 'ਚ ਰਿਹਾ, ਸੂਬੇ ਕਿਹੜਿਆਂ 'ਚ ਹੋ ਰਿਹਾ। ਤਾਂ ਜਦੋਂ ਇਹਦੇ ਬਾਰੇ ਥੋੜੀ ਜਿਹੀ ਤੁਸੀਂ ਰਿਸਰਚ ਕਰੋਗੇ ਨਾ, ਤੁਸੀਂ ਈਵਨ ਰਾਜ ਸਭਾ ਦੇ ਵਿੱਚ ਡਿਫੈਂਸ ਮਿਨਿਸਟਰ ਨੇ ਅੰਕੜੇ ਦਿੱਤੇ ਤੁਹਾਨੂੰ, ਉਹ ਆਪਣੇ ਆਪ ਦੇ ਵਿੱਚ ਬਿਆਨ ਕਰ ਰਿਹਾ ਕਿ ਇਹ ਜਿਹੜਾ ਰਿਐਕਸ਼ਨ ਆਇਆ ਉਹ ਕਿਉਂ ਆਇਆ। ਮੈਡੀਕਲ ਫੈਸਿਲਿਟੀਆਂ ਬਾਅਦ ਦੇ ਵਿੱਚ ਨਹੀਂ ਮਿਲਣਗੀਆਂ ਰਿਟਾਇਰਮੈਂਟ ਤੋਂ, 25% ਤੱਕ ਰੱਖ ਲੈਣੇ ਆ, ਬਾਕੀ ਜਿਹੜੇ ਉਹ ਰਿਟਾਇਰ ਕਰ ਦੇਣੇ ਆ। ਹੈਰਾਨੀ ਦੀ ਗੱਲ ਤੁਹਾਨੂੰ ਦੱਸਣ ਲੱਗਿਆ, ਸਭ ਤੋਂ ਜ਼ਿਆਦਾ ਸਾਡੇ ਗਵਾਂਢੀ ਸੂਬੇ ਹਰਿਆਣੇ ਦੇ ਵਿੱਚ, ਪੂਰੇ ਮੁਲਕ ਦੇ ਵਿੱਚ ਤਕਰੀਬਨ 25% ਦੇ ਨੇੜੇ ਹਰਿਆਣੇ ਦੇ ਵਿੱਚ ਅਨਇੰਪਲੋਇਮੈਂਟ ਰੇਟ ਹੈ। ਬਿਹਾਰ ਦੇ ਵਿੱਚ ਦੂਜੇ ਨੰਬਰ ਤੇ ਸਭ ਤੋਂ ਜ਼ਿਆਦਾ ਅਨਇੰਪਲੋਇਮੈਂਟ ਰੇਟ ਜਿਹੜਾ ਉਹ ਹਰਿਆਣਾ, ਬਿਹਾਰ, ਇਹਨਾਂ ਸੂਬਿਆਂ 'ਚ ਆ ਰਿਹਾ। ਹੁਣ ਹਿੰਸਾ ਕਿੱਥੇ ਹੋ ਰਹੀ ਹੈ, ਤੁਸੀਂ ਆਪੇ ਹੀ ਜਵਾਬ। ਸਾਲ 2020-21 ਦੇ ਵਿੱਚ ਜਿੱਥੇ 87 ਰੈਲੀਆਂ ਹੋਣੀਆਂ ਸੀ ਦੇਸ਼ 'ਚ ਭਰਤੀ ਦੀਆਂ, ਉਹ 4 ਹੋਈਆਂ। ਪੋਲੀਟੀਕਲ ਰੈਲੀਆਂ ਸਾਰੀਆਂ ਸਟੇਟਾਂ 'ਚ ਹੁੰਦੀਆਂ ਰਹੀਆਂ, ਕਰੋਨਾ ਦਾ ਬਹਾਨਾ ਲਾ ਕੇ ਭਰਤੀ ਰੋਕਤੀ। ਇਸ ਗਰਮੀ ਦੇ ਵਿੱਚ ਵੀ ਰਾਜਸਥਾਨ ਦੇ ਵਿੱਚ ਸ਼ਾਮ ਨੂੰ 3:30-4 ਵਜੇ ਤੋਂ ਬਾਅਦ 100 ਨੌਜਵਾਨ, 200 ਨੌਜਵਾਨ ਤੁਹਾਨੂੰ ਸੜਕ ਦੇ ਉੱਤੇ ਪ੍ਰੈਕਟਿਸ ਕਰਦਾ, ਫਿਜ਼ੀਕਲ ਦੀ ਟ੍ਰੇਨਿੰਗ ਕਰਦਾ ਨਜ਼ਰ ਆਉਂਦਾ। ਇਹ ਕਲਚਰ ਹੈ ਜੀ, ਤੁਹਾਨੂੰ ਪੰਜਾਬ 'ਚ ਵੀ ਆਊਗਾ। ਬਿਹਾਰ ਗਏ ਸੀ, ਉੱਥੋਂ ਦੇ ਪਿੰਡਾਂ 'ਚ ਜਾ ਕੇ ਜਦੋਂ ਦੇਖਿਆ, ਜਿਹੜੀਆਂ ਚੀਜ਼ਾਂ ਅਸੀਂ ਇੱਥੇ ਇਮੈਜਿਨ ਵੀ ਨਹੀਂ ਕਰ ਸਕਦੇ ਸਾਡੇ ਪਿੰਡਾਂ ਦੇ ਵਿੱਚ, ਉਹ ਇਸ ਤੋਂ ਬੱਤਰ ਹਾਲ। ਮਤਲਬ ਘਰ ਦੇ ਵਿੱਚ ਬੂਹਾ ਲੱਗਿਆ ਹੋਣਾ ਵੀ ਸੁਪਨਾ ਹੈ। ਔਰ ਉਹਨਾਂ ਦੀ ਇੱਕ ਪੇਸ਼ੈਂਸ ਲੈਵਲ ਖਤਮ ਹੋ ਚੁੱਕਿਆ। ਆਪਣੇ ਆਪ ਨੂੰ ਉਸ ਪੱਧਰ ਤੇ ਫਿਜ਼ੀਕਲੀ ਤੇ ਮੈਂਟਲੀ ਫਿੱਟ ਰੱਖਣਾ ਇਸ ਉਡੀਕ ਦੇ ਵਿੱਚ ਕਿ ਇਸ ਸਾਲ ਹੋ ਜੂ, ਇਸ ਸਾਲ ਹੋ ਜੂ, ਇਸ ਸਾਲ ਹੋ ਜੂ। ਔਰ ਜਿਨ੍ਹਾਂ ਨੂੰ ਇਹ ਡਰ ਹੈ ਕਿ ਏਜ ਨਿਕਲ ਗਈ, ਹੁਣ ਜਿਹੜੇ ਮੰਨ ਲਓ ਇਹ 23 ਸਾਲ ਤੱਕ ਭਰਤੀ ਹੋਣੇ ਆ, ਜਿਹੜਾ ਇਸ ਸਾਲ 24 ਦਾ ਹੋ ਗਿਆ, ਬਿਲਕੁਲ ਉਹਦੇ 'ਚ ਗੁੱਸਾ ਹੈ। ਅਸੀਂ ਦੇਖਿਆ ਜਦੋਂ ਸਿਸਟਮ ਕਿ ਰੱਖਣੇ ਜਦੋਂ 25 ਆ ਤਾਂ ਫਿਰ ਜਿਹੜੇ ਡਿਜ਼ਰਵਿੰਗ ਆ ਉਹਨਾਂ ਦਾ ਵੀ ਗਲਾ ਘੁੱਟਿਆ ਜਾਂਦਾ ਹੈ, ਵਿੱਚ ਸਿਫਾਰਸ਼ਾਂ ਵੀ ਚੱਲਦੀਆਂ, ਬਹੁਤ ਕੁਝ ਹੁੰਦਾ। 4 ਸਾਲ ਉੱਥੇ ਦੇਣ ਤੋਂ ਬਾਅਦ 11 ਲੱਖ ਲੈ ਕੇ ਵਾਪਸ ਆਏ ਨੇ। ਦੱਸੋ ਇੱਥੇ ਕਿਹੜੀ ਟਾਟਾ ਦੀ ਫੈਕਟਰੀ ਲਾ ਲੈਣੀ ਹੈ? ਪ੍ਰਾਈਵੇਟ ਨੌਕਰੀਆਂ ਉਹ ਫੇਰ ਲੱਭੂਗਾ, ਧੱਕੇ ਉਹ ਫੇਰ ਖਾਊਗਾ। ਵੱਧ ਤੋਂ ਵੱਧ ਕਿਸੇ ਨੇ 10,000 'ਚ ਗਾਰਡ ਰੱਖਣਾ, ਉਹਦਾ ਮੈਚੁਰਿਟੀ ਲੈਵਲ ਹੀ ਨਹੀਂ ਹੈ ਹੱਲੇ। ਤੇ ਤੁਸੀਂ ਉਹਦੇ ਹੱਥ 'ਚ ਬੰਦੂਕ ਫੜਾਈ, ਉਹਨੂੰ ਵਰਤਿਆ, ਉਹਨੂੰ ਫਰੰਟ ਲਾਈਨ ਤੇ ਉਸ ਤੋਂ ਬਾਅਦ ਵਾਪਸ ਭੇਜਤਾ, ਤੇ ਫਿਰ ਉਹ ਪਿੰਡ ਦੀਆਂ ਕੰਧਾਂ 'ਚ ਵੱਜਦਾ ਫਿਰੂਗਾ। ਸਤਿ ਸ਼੍ਰੀ ਅਕਾਲ ਜੀ, ਸਿਆਸਤ ਲਾਈਵ ਦੇ ਇਸ ਐਪੀਸੋਡ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਰੌਵਰਿੰਦਰ ਸਿੰਘ, ਤੇ ਹਰ ਵਾਰ ਦੀ ਤਰ੍ਹਾਂ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਸਾਡੇ ਨਿਊਜ਼ ਐਡੀਟਰ ਸਿਮਰਜੋਤ ਸਿੰਘ ਮੱਕੜ। ਪਰ ਅੱਜ ਗੱਲ ਅਸੀਂ ਕਰਾਂਗੇ ਸਰਕਾਰ ਦੇ ਵੱਲੋਂ ਫੌਜ ਦੀ ਭਰਤੀ ਦੇ ਲਈ ਲਿਆਂਦੀ ਗਈ ਨਵੀਂ ਸਕੀਮ ਅਗਨੀਪਥ ਦੀ। ਅਗਨੀਪਥ ਦੇ ਵਿੱਚ ਸਰਕਾਰ 4 ਸਾਲਾਂ ਦੇ ਲਈ ਨੌਜਵਾਨਾਂ ਨੂੰ ਭਰਤੀ ਕਰ ਰਹੀ ਹੈ, ਜਿਨ੍ਹਾਂ ਨੂੰ ਅਗਨੀਵੀਰ ਦਾ ਨਾਂ ਦਿੱਤਾ ਗਿਆ ਹੈ। ਪਰ ਇਸ ਮਾਮਲੇ ਤੋਂ ਬਾਅਦ ਪੂਰੇ ਨਾਰਥ ਇੰਡੀਆ ਦੇ ਵਿੱਚ ਜੇਕਰ ਦੇਖੀਏ ਤਾਂ ਸੈਂਟਰਲ ਇੰਡੀਆ ਤੱਕ ਵੀ ਜਿਹੜੇ ਨੌਜਵਾਨ ਨੇ ਉਹ ਸੜਕਾਂ ਤੇ ਉਤਰ ਆਏ ਨੇ। ਸਰਕਾਰ ਦੇ ਇਸ ਬਿਆਨ ਦਾ ਵਿਰੋਧ ਕੀਤਾ ਜਾ ਰਿਹਾ, ਕਿਧਰੇ ਰੇਲਾਂ ਨੂੰ ਅੱਗਾਂ ਲਗਾਈਆਂ ਜਾ ਰਹੀਆਂ ਨੇ, ਪਟਰੀਆਂ ਤੇ ਬੈਠਾ ਜਾ ਰਿਹਾ। ਆਖਿਰਕਾਰ ਨੌਜਵਾਨ ਭੜਕਿਆ ਕਿਉਂ ਹੈ? ਨੌਜਵਾਨ ਨੂੰ ਇਹ ਸਕੀਮ ਸਰਕਾਰ ਦੀ ਪਸੰਦ ਕਿਉਂ ਨਹੀਂ ਆ ਰਹੀ? ਇਸ ਬਾਰੇ ਅਸੀਂ ਅੱਜ ਗੱਲਬਾਤ ਸਾਰੀ ਕਰਾਂਗੇ। ਸਾਡੇ ਨਾਲ ਮੱਕੜ ਸਾਹਿਬ ਮੌਜੂਦ ਨੇ। ਮੱਕੜ ਸਾਹਿਬ, ਨੌਜਵਾਨਾਂ ਨੂੰ ਕਿਉਂ ਨਹੀਂ ਪਸੰਦ ਆਈ? ਬੇਰੁਜ਼ਗਾਰੀ ਤਾਂ ਦੂਰ ਹੋ ਸਕਦੀ ਹੈ 4 ਸਾਲਾਂ ਦੇ ਲਈ, ਸਹੀ। 4 ਸਾਲਾਂ ਤੋਂ ਬਾਅਦ ਸਰਕਾਰ ਕਹਿ ਰਹੀ ਹੈ ਕਿ ਅਸੀਂ ਹਰ ਇੱਕ ਸੈਨਿਕ ਜਿਹੜਾ ਰਿਟਾਇਰ ਹੋਏਗਾ 11 ਲੱਖ ਰੁਪਈਆ ਦੇ ਕੇ ਤੋਰਾਂਗੇ। ਫਿਰ ਪਸੰਦ ਕਿਉਂ ਨਹੀਂ ਆ ਰਹੀ ਨੌਜਵਾਨਾਂ ਨੂੰ? ਰਾਓ ਜੀ, ਇਸ ਸਕੀਮ ਨੂੰ ਵੱਖ-ਵੱਖ ਤਰੀਕੇ ਦੇ ਨਾਲ ਪਿਛਲੇ 2-3 ਦਿਨਾਂ 'ਚ ਜਦੋਂ ਤੋਂ ਹਿੰਸਾ ਹੋ ਰਹੀ ਹੈ, ਐਨਾਲਿਸਿਸ ਦੇਸ਼ ਦੇ ਵੱਡੇ ਤੋਂ ਛੋਟੇ ਅਦਾਰਿਆਂ ਨੇ, ਹਰ ਇੱਕ ਨੇ ਇਹਨੂੰ ਐਨਾਲਿਸਿਸ ਕੀਤਾ ਜੀ। ਜਦੋਂ ਮੇਰੇ ਜ਼ਿਹਨ ਦੇ ਵਿੱਚ ਜਦੋਂ ਮੈਂ ਪਹਿਲੀ ਵਾਰ ਇਹ ਤਸਵੀਰ ਦੇਖੀ ਕਿ ਅੱਗਾਂ ਲਾਈਆਂ ਜਾ ਰਹੀਆਂ, ਟ੍ਰੇਨਾਂ ਫੂਕੀਆਂ ਜਾ ਰਹੀਆਂ ਨੇ, ਤੇ ਸਭ ਤੋਂ ਪਹਿਲਾਂ ਮੇਰੇ ਜ਼ਿਹਨ 'ਚ ਆਇਆ ਕਿ ਹੋ ਕਿਹੜੇ ਰਾਜ 'ਚ ਰਿਹਾ, ਸੂਬੇ ਕਿਹੜਿਆਂ 'ਚ ਹੋ ਰਿਹਾ। ਤਾਂ ਕੋਈ ਸਰਪ੍ਰਾਈਜ਼ ਨਹੀਂ ਹੋਇਆ ਮੈਨੂੰ। ਬਿਹਾਰ ਦੇ ਵਿੱਚ, ਹਰਿਆਣੇ ਦੇ ਵਿੱਚ ਇੱਕ ਸੁਸਾਈਡ ਹੋ ਗਿਆ। ਨਿਤਿਸ਼ ਕੁਮਾਰ ਤਾਂ ਉਹਨਾਂ ਦੇ ਨਾਲ ਅਲਾਈਅੰਸ ਹੀ ਹੈ। ਇੱਕ ਗੱਲ ਨੂੰ ਸਮਝਣਾ ਪਊਗਾ ਤੁਹਾਨੂੰ, ਤੁਸੀਂ ਪੋਲੀਟੀਕਲ ਐਂਗਲ ਤੋਂ ਦੇਖ ਰਹੇ ਹੋ ਜੀ। ਮੈਂ ਇਸ ਨੂੰ
ਅਨਐਮਪਲੋਇਮੈਂਟ ਐਂਗਲ ਤੋਂ ਬਿਲਕੁਲ ਵਾਚਣਾ ਸ਼ੁਰੂ ਕੀਤਾ ਕਿ ਦਰਅਸਲ ਹੋਇਆ ਕੀ ਹੈ। ਪਿਛਲੇ 2-3 ਸਾਲ ਕਰੋਨਾ ਦੀ ਭੇਟ ਚੜੇ ਰਹੇ ਆ ਜੀ। ਤਾਂ ਜਦੋਂ ਇਹਦੇ ਬਾਰੇ ਥੋੜੀ ਜੀ ਤੁਸੀਂ ਰਿਸਰਚ ਕਰੋਗੇ ਨਾ, ਤੁਸੀਂ ਈਵਨ ਰਾਜ ਸਭਾ ਦੇ ਵਿੱਚ ਡਿਫੈਂਸ ਮਿਨਿਸਟਰ ਨੇ ਅੰਕੜੇ ਦਿੱਤੇ ਤੁਹਾਨੂੰ, ਉਹ ਆਪਣੇ ਆਪ ਦੇ ਵਿੱਚ ਬਿਆਨ ਕਰ ਰਿਹਾ ਕਿ ਇਹ ਜਿਹੜਾ ਰਿਐਕਸ਼ਨ ਆਇਆ ਉਹ ਕਿਉਂ ਆਇਆ। ਜੀ। ਤੁਸੀਂ ਇਹਦਾ ਐਨਾਲਿਸਿਸ ਇਸ ਗੱਲ 'ਚ ਨਾ ਕਰੋ ਕਿ ਤਨਖਾਹ ਕਿੰਨੀ ਮਿਲੂਗੀ, ਪੈਨਸ਼ਨ ਉਸ ਤੋਂ ਬਾਅਦ ਨਹੀਂ ਮਿਲਣੀ, ਜੀ, ਕੰਟੀਨ ਦਾ ਬੈਨੀਫਿਟ ਜਿਹੜਾ ਉਹ ਬਾਅਦ ਦੇ ਵਿੱਚ ਨੌਕਰੀ ਤੋਂ ਬਾਅਦ ਨਹੀਂ ਮਿਲਣਾ। ਜਿਵੇਂ ਆਮ ਤੌਰ ਤੇ ਤਾਂ ਜਿਹੜੇ ਮੈਡੀਕਲ ਫੈਸਿਲਿਟੀਆਂ ਬਾਅਦ ਦੇ ਵਿੱਚ ਨਹੀਂ ਮਿਲਣਗੀਆਂ ਰਿਟਾਇਰਮੈਂਟ ਤੋਂ, 25% ਤੱਕ ਰੱਖ ਲੈਣੇ ਆ, ਬਾਕੀ ਜਿਹੜੇ ਉਹ ਰਿਟਾਇਰ ਕਰ ਦੇਣੇ ਆ। ਹੁਣ ਜਿਹੜਾ 23 ਸਾਲ ਦੀ ਉਮਰ 'ਚ ਭਰਤੀ ਹੋਇਆ ਉਹ 27 'ਚ ਜਾ ਕੇ ਰਿਟਾਇਰ ਹੋ ਗਿਆ ਤੇ ਫਿਰ ਉਹ ਨੌਕਰੀ ਕੀ ਕਰੂਗਾ। ਤੁਹਾਡੇ ਜ਼ਿਹਨ 'ਚ ਇਹ ਵੀ ਆਇਆ ਆਪਣੇ ਸਭ ਦੇ ਕਿ ਅਤਆਧੁਨਿਕ ਹਥਿਆਰਾਂ ਦੀ ਉਹਨਾਂ ਨੂੰ 6 ਮਹੀਨੇ ਦੀ, ਨੋਰਮਲੀ 9 ਮਹੀਨੇ ਦੀ ਟ੍ਰੇਨਿੰਗ ਹੈ ਜੇ ਨਾਰਮਲ ਜੌਬ ਹੈ, ਤੇ ਫਿਰ ਇਹਦੇ 'ਚ 6 ਮਹੀਨੇ ਦੀ ਟ੍ਰੇਨਿੰਗ ਹੈ। ਤੇ ਜੇ 6 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ 4 ਸਾਲ ਉਹ ਹਥਿਆਰਾਂ 'ਚ ਰਿਹਾ ਤੇ ਬਾਹਰ ਜਾ ਕੇ ਉਹਨੂੰ ਨੌਕਰੀ ਨਾ ਮਿਲੀ ਤਾਂ ਕਿਤੇ ਉਹ ਗਲਤ ਨਾ ਹੋ ਜੇ। ਇਹ ਸਾਰੇ ਐਨਾਲਿਸਿਸ ਅਸੀਂ ਸਭ ਨੇ ਕੀਤੇ ਹੈ ਜੀ। ਬੜਾ ਵੱਡਾ ਇੱਕ ਫੈਕਟਰ ਜਿਹੜਾ ਇੱਥੇ ਮਿਸਿੰਗ ਹੈ, ਜਿਹੜਾ ਉਹ ਇਸ ਐਨਾਲਿਸਿਸ ਦਾ ਸੀਗਾ ਕਿ ਦਰਅਸਲ ਇਹ ਹਿੰਸਾ ਹੋ ਕਿੱਥੇ ਰਹੀ ਹੈ। ਹੁਣ ਇਹਦੇ ਸਾਰੇ ਅੰਕੜੇ ਰਾਜ ਸਭਾ ਦੇ ਵਿੱਚ ਡਿਫੈਂਸ ਮਿਨਿਸਟਰ ਆਪ ਦੇ ਰਹੇ ਹੈ। ਇਹਦੇ ਸਾਰੇ ਅੰਕੜੇ ਮੁਲਕ ਦੀਆਂ ਪ੍ਰੈਸਟੀਜੀਅਸ ਆਰਗੇਨਾਈਜੇਸ਼ਨਸ ਉਸ ਦੀ ਤਸਦੀਕ ਕਰਦੀਆਂ ਨੇ। ਤੁਸੀਂ ਸਭ ਤੋਂ ਪਹਿਲੀ ਗੱਲ ਜੇ ਮੈਂ ਅੰਕੜਿਆਂ ਦੀ ਕਰਾਂ ਤਾਂ ਦੇਸ਼ ਦੀ ਜਿਹੜੀ ਅਨਐਮਪਲੋਇਮੈਂਟ ਰੇਟ ਹੈ ਉਹ ਵੱਧਦਾ ਘਟਦਾ ਰਹਿੰਦਾ। ਫਰਵਰੀ ਦੇ ਵਿੱਚ ਤਕਰੀਬਨ 8.71 ਦੇ ਨੇੜੇ ਤੇੜੇ ਜਿਹੜਾ ਉਹ ਅਨਐਮਪਲੋਇਮੈਂਟ ਰੇਟ ਗਿਆ ਜੀ। ਪੰਜਾਬ 'ਚ ਕੋਈ ਹਿੰਸਾ ਨਹੀਂ ਹੋਈ, ਤੁਸੀਂ ਦੇਖੋ ਇਹਨੂੰ ਲੈ ਕੇ। ਹਾਲਾਂਕਿ ਫੌਜ 'ਚ ਜ਼ਿਆਦਾ ਨੌਜਵਾਨ ਪੰਜਾਬ ਤੋਂ ਇਹੀ ਗੱਲ ਤੇ ਆ ਰਿਹਾ ਕਿੰਨਾ ਜ਼ਿਆਦਾ ਇਹ ਇੱਕ ਬੜਾ ਵੱਡਾ ਫੈਕਟਰ ਹੈ ਜੀ। ਰਾਜ ਸਭਾ ਦੇ ਵਿੱਚ ਜਿਹੜੇ ਸਰਕਾਰੀ ਅੰਕੜੇ ਪੇਸ਼ ਕੀਤੇ ਗਏ ਉਹਦੇ ਮੁਤਾਬਿਕ 13,40,000 ਦੇ ਕਰੀਬ ਟੋਟਲ ਸਾਡੇ ਕੋਲੇ ਸਾਰੀ ਫੌਜ ਹੈ, ਤਿੰਨੋਂ ਮਿਲਾ ਕੇ, ਆਰਮੀ, ਨੌ ਸੈਨਾ, ਥਲ ਸੈਨਾ ਜੀ, ਇਹ ਮਿਲਾ ਕੇ 13,40,000 ਦੇ ਨੇੜੇ, ਜਿਹਦੇ ਚੋਂ 11,21,000 ਕੱਲੀ ਆਰਮੀ ਹੈ ਸਾਡੇ ਕੋਲ। ਹੁਣ ਉਹ 13,40,000 ਦੇ ਵਿੱਚੋਂ ਪੰਜਾਬ ਦਾ ਨੰਬਰ 5ਵਾਂ ਹੈ। ਓਕੇ, ਅਸੀਂ 93,000 ਦੇ ਨੇੜੇ ਜਿਹੜੇ ਸੈਨਿਕ ਦੇਸ਼ ਨੂੰ ਦਿੱਤੇ ਹੋਏ ਆ। ਨੰਬਰ 1 ਕੀ ਹੈ? ਉਹ ਯੂਪੀ ਹੈ। 2,18,000 ਦੇ ਨੇੜੇ ਤੇੜੇ ਯੂਪੀ ਨੇ ਸੈਨਿਕ ਦਿੱਤੇ ਆ। ਨੰਬਰ 2 ਕੀ ਹੈ? ਉਹ ਬਿਹਾਰ ਹੈ। ਹੁਣ ਜਿੱਥੇ ਤੁਸੀਂ ਇੱਕ ਤਾਂ ਇਹ ਗੱਲ ਦੇਖੋ ਕਿ ਸਭ ਤੋਂ ਵੱਧ ਸੈਨਿਕ ਕਿਹੜੀਆਂ ਸਟੇਟਾਂ ਦੇ ਰਹੀਆਂ, ਉਹ ਦੇ ਰਹੀਆਂ ਯੂਪੀ, ਉਹ ਦੇ ਰਹੀ ਹੈ ਦੂਜੇ ਨੰਬਰ ਤੇ ਬਿਹਾਰ, ਤੀਜੇ ਤੇ ਰਾਜਸਥਾਨ ਆਉਂਦੀ ਹੈ, ਚੌਥੇ ਤੇ ਮਹਾਰਾਸ਼ਟਰ ਆਉਂਦੀ ਹੈ, ਫਿਰ ਪੰਜਾਬ ਤੇ ਹਰਿਆਣਾ ਜੀ, ਫਿਰ ਮੱਧ ਪ੍ਰਦੇਸ਼। ਇਸ ਤਰ੍ਹਾਂ ਇਹ ਲਾਈਨਵਾਰ ਮੈਂ ਤੁਹਾਨੂੰ ਦੱਸਿਆ ਜਿਹੜੇ ਆਉਂਦੇ ਆ। ਪਰ ਇਹਦੇ ਪੈਰਲਲ ਤੁਹਾਨੂੰ ਇੱਕ ਜਿਹੜੀ ਐਨਾਲਿਸਿਸ ਹੈ ਜਿਹੜੀ ਇਹ ਡਰਾ ਕਰਨਾ ਪਊਗਾ ਕਿ ਦੇਸ਼ ਦੇ ਵਿੱਚ ਅਨਐਮਪਲੋਇਮੈਂਟ ਰੇਟ ਕਿੱਥੇ ਜ਼ਿਆਦਾ ਹੈ। ਹੈਰਾਨੀ ਦੀ ਗੱਲ ਤੁਹਾਨੂੰ ਦੱਸਣ ਲੱਗਿਆ, ਸਭ ਤੋਂ ਜ਼ਿਆਦਾ ਸਾਡੇ ਗਵਾਂਢੀ ਸੂਬੇ ਹਰਿਆਣੇ ਦੇ ਵਿੱਚ, ਪੂਰੇ ਮੁਲਕ ਦੇ ਵਿੱਚ ਜੀ ਤਕਰੀਬਨ 25% ਦੇ ਨੇੜੇ ਹਰਿਆਣੇ ਦੇ ਵਿੱਚ ਅਨਐਮਪਲੋਇਮੈਂਟ ਰੇਟ ਹੈ। ਬਿਹਾਰ ਦੇ ਵਿੱਚ ਦੂਜੇ ਨੰਬਰ ਤੇ ਸਭ ਤੋਂ ਜ਼ਿਆਦਾ ਅਨਐਮਪਲੋਇਮੈਂਟ ਰੇਟ ਜਿਹੜਾ ਉਹ ਹਰਿਆਣਾ, ਬਿਹਾਰ, ਇਹਨਾਂ ਸੂਬਿਆਂ 'ਚ ਆ ਰਿਹਾ। ਹੁਣ ਹਿੰਸਾ ਕਿੱਥੇ ਹੋ ਰਹੀ ਹੈ ਤੁਸੀਂ ਆਪੇ ਜਵਾਬ ਦੇਖੋ। ਰਾਜਨਾਥ ਸਿੰਘ ਨੇ ਇੱਕ ਗੱਲ ਦੱਸੀ ਕਿ ਹਰ ਸਾਲ ਅਸੀਂ ਭਰਤੀ ਰੈਲੀਆਂ ਕਰਾਉਂਦੇ ਆ, ਦੇਸ਼ ਦੇ ਵਿੱਚ ਭਰਤੀ ਰੈਲੀਆਂ ਹੁੰਦੀਆਂ, ਆਰਮੀ ਦੀਆਂ ਭਰਤੀ ਰੈਲੀਆਂ ਜਾਂ ਪੂਰੀ ਤਿੰਨੋਂ ਸੈਨਾ ਦੀਆਂ ਭਰਤੀ ਰੈਲੀਆਂ ਹੁੰਦੀਆਂ। 1-1 ਲੱਖ ਬੱਚਾ ਬਿਹਾਰ ਦਾ ਜੀ, ਤੁਸੀਂ ਤਸਵੀਰਾਂ ਯਾਦ ਕਰੋ ਰੇਲਵੇ ਸਟੇਸ਼ਨਾਂ ਦੇ ਉੱਤੇ ਜਾਂ ਜਿੰਨਾ ਸ਼ਹਿਰਾਂ 'ਚ ਆਰਮੀ ਦੀ ਭਰਤੀ ਹੁੰਦੀ ਹੈ, ਜਾਂ ਸਾਡੇ ਇੱਥੇ ਪੰਜਾਬ 'ਚ ਜਦੋਂ ਕਦੇ ਲੁਧਿਆਣੇ ਜਾਂ ਚੰਡੀਗੜ੍ਹ ਭਰਤੀ ਹੋ ਜੇ, ਹਾਲਾਤ ਕੀ ਬਣ ਜਾਂਦੇ ਹੁੰਦੇ ਆ। ਬਿਲਕੁਲ, ਉਹ ਅਨਐਮਪਲੋਇਮੈਂਟ ਰੇਟ ਦੇਖੋ ਕਿਸ ਪੱਧਰ ਦਾ ਹੈ। ਹੁਣ ਹੋਇਆ ਕੀ ਰਾਓ ਜੀ, ਇੰਟਰਸਟਿੰਗ ਗੱਲ ਜਿਹੜੀ ਦਰਸ਼ਕਾਂ ਨੂੰ ਮੈਂ ਦੱਸਣ ਜਾ ਰਿਹਾ ਅਗਲੀ, ਉਹ ਇਹ ਹੈ ਕਿ ਸਾਲ 2020-21 ਦੇ ਵਿੱਚ ਜਿੱਥੇ 87 ਰੈਲੀਆਂ ਹੋਣੀਆਂ ਸੀ ਦੇਸ਼ 'ਚ ਭਰਤੀ ਦੀਆਂ, ਉਹ 4 ਹੋਈਆਂ ਸਿਰਫ। ਜਦ ਕਿ ਪੰਜਾਬ ਦੇ ਤੇ 5 ਸਟੇਟਾਂ ਦੇ ਚੁਣਾਵੀ ਜਿਹੜੇ ਰੈਲੀਆਂ, ਜਿਹੜੀਆਂ ਪੋਲੀਟੀਕਲ ਰੈਲੀਆਂ ਸਾਰੀਆਂ ਸਟੇਟਾਂ 'ਚ ਹੁੰਦੀਆਂ ਰਹੀਆਂ। ਕਰੋਨਾ ਦਾ ਬਹਾਨਾ ਲਾ ਕੇ ਭਰਤੀ ਰੋਕਤੀ। ਜਦੋਂ ਭਰਤੀ ਦੀਆਂ ਰੈਲੀਆਂ ਕਿੱਥੇ 87 ਜੀ, ਕਿੱਥੇ 4, ਸਿਰਫ 4 ਹੋਈਆਂ।
ਉਹ 4 ਦਾ ਨਤੀਜਾ ਇਹ ਆਇਆ ਕਿ ਇੱਕ ਤਾਂ ਇਹ ਹੁੰਦੀ ਹੈ ਕਿ ਏਜ ਨਿਕਲਦੀ ਜਾਂਦੀ ਹੁੰਦੀ ਹੈ ਜੀ ਬਿਲਕੁਲ, ਇੱਕ ਪੇਸ਼ੈਂਸ ਨਹੀਂ ਹੈ, ਇਹ ਨਹੀਂ ਹੈ, ਇਹ ਜਿਹੜੀ ਫਿਜ਼ੀਕਲ, ਇਹ ਨਾ ਮੈਂਟਲ ਫਿਜ਼ੀਕਲ ਦੋਨਾਂ ਦੀ ਤਿਆਰੀ ਹੈ ਇਹ। ਹਾਂ ਬਿਲਕੁਲ, ਆਪਣੇ ਤਾਂ ਕਲਚਰ ਘੱਟ ਹੈ ਪੰਜਾਬ ਦੇ ਵਿੱਚ। ਜੇ ਤੁਸੀਂ ਰਾਜਸਥਾਨ ਇੱਧਰੋਂ ਕਿਤੇ, ਮੇਰੇ ਯਾਦ ਹੈ ਇੱਕ ਵਾਰੀ ਅਸੀਂ ਜੂਨ ਦੇ ਮਹੀਨੇ ਦੇ ਵਿੱਚ ਗਰਮੀ ਦੀ ਕਵਰੇਜ ਕਰਨ ਵਾਸਤੇ ਉੱਥੇ ਗਏ ਸੀਗੇ। ਚੂਰੂ ਦਾ ਇਲਾਕਾ ਬੜਾ ਗਰਮ ਹੋਇਆ ਤੇ ਉਦੋਂ ਮੈਂ ਕਿਸੇ ਅਦਾਰੇ ਨਾਲ ਉਦੋਂ ਕੰਮ ਕਰਦਾ ਸੀ, ਰਾਓ ਜੀ। ਜੀ ਜਦੋਂ ਅਸੀਂ, ਕਿਉਂਕਿ ਮੈਂ ਮਲੋਟ ਦਾ ਰਹਿਣ ਵਾਲਾ ਤੇ ਅਸੀਂ ਰਾਜਸਥਾਨ ਦੇ ਜਮਾਂ ਨੇੜੇ ਰਹਿ ਜਾਂਦੇ ਹਾਂ। 2 ਇਲਾਕੇ ਜੇ ਅਸੀਂ ਉਧਰੋਂ ਜਾਈਏ ਤਾਂ ਵਾਇਆ ਹਨੂੰਮਾਨਗੜ੍ਹ ਹੋ ਕੇ ਅਸੀਂ ਨਿਕਲਦੇ ਹਾਂ, ਤੇ ਜੇ ਇੱਧਰੋਂ ਲੁਧਿਆਣਿਓਂ ਗਏ ਤੇ ਫਿਰ ਲੁਧਿਆਣਿਓਂ ਸਰਦੂਲਗੜ੍ਹ ਹੋ ਕੇ ਤੇ ਫਿਰ ਅੱਗੇ ਫਤਿਆਬਾਦ ਸਰਸੇ ਦੇ ਨੇੜ ਦੀ ਹੋ ਕੇ ਜਾਂ ਜੀਂਦ ਚੋਂ ਹੋ ਕੇ ਤੇ ਰਾਜਸਥਾਨ ਨੂੰ ਐਂਟਰ ਕਰ ਜਾਈਦੇ, ਤੇ ਇਸ ਇਲਾਕੇ ਚੋਂ ਰਾਜਸਥਾਨ ਐਂਟਰ ਹੋ ਜਾਂਦੇ ਆ। ਜਦੋਂ ਤੁਸੀਂ ਚੂਰੂ ਤੋਂ ਪਹਿਲਾਂ ਹੀ ਜਾਂ ਈਵਨ ਸਾਲਾਸਰ ਵੀ ਜਾਓਗੇ, ਬੜੇ ਲੋਕ ਸਾਲਾਸਰ ਮੱਥਾ ਟੇਕਣ ਜਾਂਦੇ ਆ ਸਾਡੇ, ਤੁਸੀਂ ਉੱਥੋਂ ਦੇਖਿਆ ਜੇ ਕਿ ਜਗ੍ਹਾ ਜਗ੍ਹਾ ਤੇ, ਹਰ ਥਾਂ ਤੇ, ਹਰ ਪਿੰਡ 'ਚ, ਹਰ ਸ਼ਹਿਰ 'ਚ, ਜਿਵੇਂ ਜਿਵੇਂ ਤੁਸੀਂ ਗਾਂਹ ਵੱਧਦੇ ਜਾਓਗੇ, ਤੁਸੀਂ ਸੀਕਰ ਤਾਈਂ ਜਾਂਦੇ ਰਹੋ, ਤੁਸੀਂ ਕਿਸੇ ਏਰੀਆ 'ਚ ਹੀ ਜਾਂਦੇ ਰਹੋ ਰਾਜਸਥਾਨ ਦੇ, ਜੀ ਥਾਂ ਥਾਂ ਤੇ ਬੋਰਡ ਲੱਗਿਆ ਭਰਤੀ ਦਾ ਤੇ ਉਹਦੀ ਟ੍ਰੇਨਿੰਗ ਦਾ। ਇਸ ਗਰਮੀ ਦੇ ਵਿੱਚ ਵੀ ਰਾਜਸਥਾਨ ਦੇ ਵਿੱਚ ਸ਼ਾਮ ਨੂੰ 3:30-4 ਵਜੇ ਤੋਂ ਬਾਅਦ 100 ਨੌਜਵਾਨ, 200 ਨੌਜਵਾਨ ਤੁਹਾਨੂੰ ਸੜਕ ਦੇ ਉੱਤੇ ਪ੍ਰੈਕਟਿਸ ਕਰਦਾ, ਫਿਜ਼ੀਕਲ ਦੀ ਟ੍ਰੇਨਿੰਗ ਕਰਦਾ ਨਜ਼ਰ ਆਉਂਦਾ। ਇਹ ਕਲਚਰ ਹੈ ਜੀ, ਤੁਹਾਨੂੰ ਪੰਜਾਬ 'ਚ ਵੀ ਆਊਗਾ, ਇਹ ਨਹੀਂ ਹੈ ਕਿ ਪੰਜਾਬ 'ਚ ਨਹੀਂ ਹੈ, ਲੇਕਿਨ ਪੋਪੂਲੇਸ਼ਨ ਦੇ ਹਿਸਾਬ ਤੇ ਅਦਰਵਾਈਜ਼। ਇੱਕ ਹੋਰ ਇੰਟਰਸਟਿੰਗ ਫੈਕਟ ਤੁਹਾਨੂੰ ਦੱਸਦਾ, ਪਰ 10 ਲੱਖ ਪੋਪੂਲੇਸ਼ਨ ਦੇ ਹਿਸਾਬ ਤੇ, ਮਤਲਬ ਹਰ 10 ਲੱਖ ਦੇ ਮਗਰ ਕਿੰਨੇ ਆਰਮੀ 'ਚ ਭਰਤੀ ਹੋਏ ਬੰਦੇ, ਉਹਦੇ 'ਚ ਦੇਸ਼ 'ਚ ਸਭ ਤੋਂ ਅਵਲ ਨੰਬਰ ਤੇ ਹਿਮਾਚਲ ਪ੍ਰਦੇਸ਼ ਹੈ। ਹਰ 10 ਲੱਖ ਮਗਰ ਹਿਮਾਚਲ ਪ੍ਰਦੇਸ਼ ਦੇ 432 ਜਾਂ 452 ਦੇ ਨੇੜੇ ਤੇੜੇ ਜਿਹੜੇ ਬੰਦੇ ਭਰਤੀ ਹੋਏ ਹੈ। ਪੰਜਾਬ 172-73 ਦੇ ਨੇੜੇ ਉਹਦੇ ਵਿੱਚ ਆਉਂਦਾ, ਹਰ 10 ਲੱਖ ਮਗਰ ਸਾਡਾ 100। ਇਹ ਵੀ ਇੱਕ ਫੈਕਟ ਹੈ, ਤੁਸੀਂ ਦੇਖੋ। ਲੇਕਿਨ ਕੀ ਹੈ ਕਿ ਕਲਚਰ ਨਹੀਂ ਹੈ। ਉਸ ਕਲਚਰ ਦੇ ਤਹਿਤ ਹੁਣ ਬੇਰੁਜ਼ਗਾਰੀ ਕਿਸ ਪੱਧਰ ਤੇ ਪਹੁੰਚੀ, ਉਹਨਾਂ ਦਾ ਟੈਸਟ ਆਫ ਪੇਸ਼ੈਂਸ ਪਿਛਲੇ 3 ਸਾਲ ਦੇ ਵਿੱਚ ਕੇਂਦਰ ਦੀ ਸਰਕਾਰ ਲੈਂਦੀ ਰਹੀ, ਕਿਉਂਕਿ ਸਾਡੇ ਨੌਕਰੀਆਂ ਦੇ ਹੋਰ ਵਸੀਲੇ ਤੇ ਸਾਡੇ ਨੌਜਵਾਨਾਂ ਦਾ ਫੋਕਸ ਹੋਰ ਤਰੀਕੇ ਦਾ। ਹਰਿਆਣੇ ਦੇ ਵਿੱਚ ਹੁਣ ਹਰਿਆਣੇ ਦੇ ਨੌਜਵਾਨ ਵੀ ਤਕਰੀਬਨ ਸਾਡੇ ਤੋਂ ਨੇੜੇ ਹੀ ਨੇ, 93,000 ਦੇ ਨੇੜੇ, 5ਵਾਂ ਸਾਡਾ 6ਵਾਂ ਉਹਨਾਂ, ਆਲਮੋਸਟ ਜਿੰਨੇ ਕੁ ਫੌਜ 'ਚ ਪੰਜਾਬ ਦੇ ਗਏ ਉਹਨੇ ਕੁ ਹਰਿਆਣੇ ਦੇ ਵੀ ਗਏ ਆ ਜੀ। ਪਰ ਕਿਉਂਕਿ ਬਿਹਾਰ ਵਾਲਿਆਂ ਕੋਲੇ ਸਾਡੇ ਫਿਰ ਵੀ ਰੋਟੀਆਂ ਕੋਈ ਨਹੀਂ ਜਾਂਦਾ, ਇਹ ਬਹੁਤ ਵੱਡਾ ਫੈਕਟ ਹੈ ਜੀ। ਲੇਕਿਨ ਉੱਥੇ ਬੇਰੁਜ਼ਗਾਰੀ ਬੜੇ ਵੱਖਰੇ ਤਰ੍ਹਾਂ ਦੀ ਬੇਰੁਜ਼ਗਾਰੀ ਹੈ। ਯੂਪੀ ਦੀ ਬੇਰੁਜ਼ਗਾਰੀ ਬੜੀ ਡਿਫਰੈਂਟ ਬੇਰੁਜ਼ਗਾਰੀ ਹੈ। ਸਾਡੇ ਤਾਂ ਇਹ ਹੈ ਕਿ 2-3 ਕਿੱਲੇ ਵਾਲਾ ਜੇ ਮੁੰਡਾ ਵੀ ਹੈ ਉਹ ਬੇਰੁਜ਼ਗਾਰ ਹੈ ਤਾਂ ਘੱਟੋ ਘੱਟ ਉਹਦੇ ਘਰ ਦਾਣੇ ਹੈਗੇ ਆ। ਬਿਲਕੁਲ, ਉਹ ਰੋਟੀ ਤੋਂ, ਉਹ ਉੱਥੇ ਦਿੱਕਤ ਹੋਰ ਤਰ੍ਹਾਂ ਦੀ ਹੈ। ਮੈਂ ਕੈਮਰਾ ਟੀਮ ਨੂੰ ਪਤਾ ਹੈ, ਅਸੀਂ ਬਿਹਾਰ ਗਏ ਸੀ, ਉੱਥੋਂ ਦੇ ਪਿੰਡਾਂ ਜਾ ਕੇ ਜਦੋਂ ਦੇਖਿਆ, ਜਿਹੜੀਆਂ ਚੀਜ਼ਾਂ ਅਸੀਂ ਇੱਥੇ ਇਮੈਜਿਨ ਵੀ ਨਹੀਂ ਕਰ ਸਕਦੇ ਸਾਡੇ ਪਿੰਡਾਂ ਦੇ ਵਿੱਚ, ਉਹ ਇਸ ਤੋਂ ਬੱਤਰ ਹਾਲ। ਮਤਲਬ ਘਰ ਦੇ ਵਿੱਚ ਬੂਹਾ ਲੱਗਿਆ ਹੋਣਾ ਵੀ ਸੁਪਨਾ ਹੈ। ਬਾਥਰੂਮ ਤਾਂ ਬਹੁਤ ਦੂਰ ਦੀ ਗੱਲ ਹੈ। ਜਿਹੜੇ ਆਪਾਂ, ਜਦੋਂ ਪ੍ਰਧਾਨ ਮੰਤਰੀ ਮੋਦੀ ਆਏ ਸੀਗੇ ਤੇ ਕਹਿੰਦੇ ਸੀ ਮੈਂ ਦੇਸ਼ 'ਚ ਬਾਥਰੂਮ ਬਣਾ ਦੇਣੇ ਆ, ਤੇ ਆਪਣੇ ਜਿਹੜੇ ਆਪਣੇ ਪਿੰਡਾਂ ਵਾਲਿਆਂ ਜਾਂ ਆਪਾਂ ਨੂੰ ਇਹ ਲੱਗਦਾ ਕਿ ਇਹ ਕਿੰਨੀ ਕੁ ਵੱਡੀ ਗੱਲ ਹੈ। ਮਾਤਾ ਪਿਤਾ ਹੋਣਾ ਨੇ ਤਾਂ ਉਹ ਦੌਰ ਦੇਖਿਆ ਹੋਇਆ ਵੀ ਜਦੋਂ ਬਾਹਰ ਜੰਗਲ ਪਾਣੀ ਜਾਣਾ ਪੈਂਦਾ ਸੀ। ਸਾਡੇ ਪਿੰਡਾਂ 'ਚ ਹੁਣ ਜ਼ਿਆਦਾਤਰ ਬਹੁਤ ਥੋੜੇ ਘਰ ਰਹਿ ਗਏ ਹੋਣੇ ਜਿਨ੍ਹਾਂ ਦੇ ਕੋਲੇ ਬਾਥਰੂਮ ਨਹੀਂ ਹੋਣਾ। ਤਾਂ ਇਹ ਅਚੰਭਾ ਲੱਗਦਾ ਸੀ, ਯਾਰ ਇਹ ਵੀ ਕੋਈ ਇਸ਼ੂ ਹੋ ਸਕਦਾ ਹੈ। ਪਰ ਜਦੋਂ ਤੁਸੀਂ ਟਰੈਵਲ ਕਰੋ ਝਾਰਖੰਡ ਦੇ, ਹਾਲਾਂਕਿ ਝਾਰਖੰਡ ਦੇ ਵਿੱਚ ਕੋਈ ਬਹੁਤੀ ਜ਼ਿਆਦਾ ਭਰਤੀ 19 ਜਾਂ 20 ਦੀ ਰੇਸ਼ੋ ਹੈ ਪਰ 10 ਲੱਖ ਦੇ ਮਗਰ ਝਾਰਖੰਡ ਦੇ ਵਿੱਚ। ਪਰ ਮੈਂ ਦੂਜੇ ਇਕਨੋਮਿਕ ਲਿਹਾਜ਼ ਤੋਂ ਗੱਲ ਕਰ ਰਿਹਾ। ਤਾਂ ਇਹ ਜਿਹੜਾ ਪੂਰੇ ਦੇਸ਼ ਦੇ ਵਿੱਚ ਜਿਹੜੇ ਇਹਨਾਂ ਸੂਬਿਆਂ ਦੇ ਵਿੱਚ ਜਿਹੜਾ ਹਿੰਸਾ ਹੋਣੀ ਸ਼ੁਰੂ ਹੋਈ, ਖਾਸ ਤੌਰ ਤੇ ਬਿਹਾਰ ਦੀ ਗੱਲ ਮੈਂ ਕੀਤੀ, ਹਰਿਆਣੇ ਦੀ ਗੱਲ ਮੈਂ ਕੀਤੀ, ਉਹਦਾ ਸਭ ਤੋਂ ਵੱਡਾ ਰੀਜ਼ਨ ਇਹੀ ਸੀ ਕਿ ਅਨਇੰਪਲੋਇਮੈਂਟ ਲੈਵਲ ਬਹੁਤ ਹਾਇਰ ਹੈ। ਦੂਜਾ, ਉੱਥੇ ਪਿਛਲੇ 4 ਸਾਲਾਂ ਤੋਂ ਭਰਤੀਆਂ ਨਹੀਂ ਹੋਈਆਂ, ਦੇਸ਼ ਦੇ ਵਿੱਚ ਭਰਤੀਆਂ ਹੋਈਆਂ ਹੀ ਨਹੀਂ, ਔਰ ਉਹਨਾਂ ਦੀ ਇੱਕ ਪੇਸ਼ੈਂਸ ਲੈਵਲ ਖਤਮ ਹੋ ਚੁੱਕਿਆ। ਆਪਣੇ ਆਪ ਨੂੰ ਉਸ ਪੱਧਰ ਤੇ ਫਿਜ਼ੀਕਲੀ ਤੇ ਮੈਂਟਲੀ ਫਿੱਟ ਰੱਖਣਾ ਇਸ ਉਡੀਕ ਦੇ ਵਿੱਚ ਕਿ ਇਸ ਸਾਲ ਹੋ ਜੂ, ਇਸ ਸਾਲ ਹੋ ਜੂ, ਇਸ ਸਾਲ ਹੋ ਜੂ। ਔਰ ਜਿਨ੍ਹਾਂ ਨੂੰ ਇਹ ਡਰ ਹੈ ਕਿ ਏਜ ਨਿਕਲ ਗਈ, ਹੁਣ ਜਿਹੜੇ ਮੰਨ ਲਓ ਇਹ 23 ਸਾਲ ਤੱਕ ਭਰਤੀ ਹੋਣੇ ਆ, ਜਿਹੜਾ ਇਸ ਸਾਲ 24 ਦਾ ਹੋ ਗਿਆ, ਬਿਲਕੁਲ ਉਹਦੇ 'ਚ ਗੁੱਸਾ। 23 ਤਾਂ ਪਹਿਲਾਂ 21 ਤੱਕ ਸੀ, ਆ ਤਾਂ ਕੱਲ ਹੀ ਰਾਤ ਨੂੰ ਫੈਸਲਾ ਲਿਆ 2 ਸਾਲ ਵਧਾਏ ਗਏ ਕੀਤਾ। ਪਹਿਲਾਂ ਤੁਹਾਡੇ ਕਹਿਣ ਦਾ ਮਤਲਬ ਮੱਕੜ ਸਾਹਿਬ ਇਹ ਹੈ ਵੀ ਜਿਹੜੇ 2 ਸਾਲ ਜਾਂ 3 ਸਾਲ ਦਾ ਇਹਨਾਂ ਸੂਬਿਆਂ ਦੇ ਨੌਜਵਾਨਾਂ ਦਾ ਸਬਰ ਸੀ,
ਮਤਲਬ ਉਹ ਟੁੱਟ ਗਿਆ। ਇੱਕ ਤਾਂ ਉਹਨਾਂ ਨੂੰ ਇਹ ਉਮੀਦ ਸੀ ਕਿ ਇਹ ਸਾਈਕੋਲੋਜੀਕਲ ਗੱਲ ਹੈ, ਪਰ ਭਰਤੀ ਜਦੋਂ ਖੁੱਲੀ ਤਾਂ ਉਹ ਵੀ ਸਿਰਫ 4 ਉਹ 4 ਸਾਲ ਦੀ ਖੁੱਲੀ। ਹੁਣ ਉਹਦੇ ਚ ਕੀ ਸੀਗਾ ਕਿ ਪਹਿਲੀ ਗੱਲ ਤਾਂ 4 ਸਾਲ ਦੀ ਭਰਤੀ ਹੈ, ਉਦੋਂ ਬਾਅਦ 25% ਲੈਣੇ ਆ, ਉਹਦਾ ਕੋਈ ਫਿਕਸਡ ਕ੍ਰਾਈਟੇਰੀਆ ਹੀ ਨਹੀਂ ਹੈ। ਇਹ ਐਕਸਪਲੇਨ ਹੀ ਨਹੀਂ ਕੀਤਾ ਗਿਆ ਵੀ ਜਿਹੜੇ ਉਹ 25 ਉਹਦੀ ਰੈਂਕਿੰਗ ਕਿਵੇਂ ਹੋਊਗੀ, ਉਹ ਟੌਪ। ਹੁਣ ਜਿਹੜਾ ਮੀਡੀਆ ਤਾਂ ਸਪੋਰਟ ਕਰ ਰਿਹਾ ਤੇ ਪ੍ਰਮੋਟ ਕਰ ਰਿਹਾ, ਉਹ ਤਾਂ ਕਹਿ ਰਿਹਾ ਜੀ ਇਹ ਮੋਟੀਵੇਸ਼ਨਲ ਥਿੰਗ ਹੈ, ਇਹਦੇ ਨਾਲ ਇਹ ਮੋਟੀਵੇਸ਼ਨ ਮਿਲੂਗੀ ਤੇ ਫਿਰ ਉਹ ਗਾਂ ਦੀ ਜ਼ਿੰਦਗੀ ਲਈ ਤਿਆਰ ਹੋ ਜਾਣਗੇ। ਉਹ ਤਿਆਰ ਹੋ ਜਾਣਗੇ ਜਾਂ ਉਹ ਹਤਾਸ਼ ਹੋ ਜਾਣਗੇ? ਜਿਹੜਾ ਬੰਦਾ ਬਹੁਤ ਮਿਹਨਤ ਕਰੂਗਾ ਜੀ 4 ਸਾਲ 25% 'ਚ ਰਹਿਣ ਵਾਸਤੇ, ਅੱਛਾ ਉਹ 25% ਤੋਂ ਬਾਅਦ ਵੀ 15 ਸਾਲ ਦੀ ਨੌਕਰੀ ਹੈ। ਔਰ ਇਹ ਹੈ ਵੀ 100% ਮਿਹਨਤ ਤਾਂ 100% ਹੀ ਕਰਨਗੇ, ਸਾਰੇ ਹੀ ਕਰਦੇ, ਸਿਲੈਕਟ 25 ਹੋਣਗੇ, ਸਾਰੇ ਕਰਦੇ ਆ। ਲੇਕਿਨ ਅਖੀਰ ਇਹ ਵੀ ਹੁੰਦਾ ਨਾ, ਅਸੀਂ ਦੇਖਿਆ ਜਦੋਂ ਸਿਸਟਮ ਕੇ ਰੱਖਣੇ ਜਦੋਂ 25 ਆ ਤਾਂ ਫਿਰ ਜਿਹੜੇ ਡਿਜ਼ਰਵਿੰਗ ਹੈ ਉਹਨਾਂ ਦਾ ਵੀ ਗਲਾ ਘੁੱਟਿਆ ਜਾਂਦਾ, ਵਿੱਚ ਸਿਫਾਰਸ਼ਾਂ ਵੀ ਚੱਲਦੀਆਂ, ਬਹੁਤ ਕੁਝ ਹੁੰਦਾ। ਉਹ ਜਿਹੜੇ ਉੱਥੋਂ ਟੁੱਟ ਕੇ ਵਾਪਸ ਆਣਗੇ ਉਦੋਂ ਬਾਅਦ 11 ਲੱਖ ਕੁਛ ਹਜ਼ਾਰ ਰੁਪਇਆ ਉਹਨਾਂ ਨੂੰ, 11 ਲੱਖ 40 ਹਜ਼ਾਰ ਰੁਪਇਆ ਉਹਨਾਂ ਨੂੰ ਮਿਲ ਜਾਣਾ ਹੈ। 4 ਸਾਲ ਉੱਥੇ ਦੇਣ ਤੋਂ ਬਾਅਦ 11 ਲੱਖ ਲੈ ਕੇ ਵਾਪਸ ਆਏ ਨੇ। ਦੱਸੋ ਇੱਥੇ ਕਿਹੜੀ ਟਾਟਾ ਦੀ ਫੈਕਟਰੀ ਲਾ ਲੈਣੀ ਹੈ? ਪ੍ਰਾਈਵੇਟ ਨੌਕਰੀਆਂ ਉਹ ਫੇਰ ਲੱਭੂਗਾ, ਧੱਕੇ ਉਹ ਫੇਰ ਖਾਊਗਾ। ਵੱਧ ਤੋਂ ਵੱਧ ਕਿਸੇ ਨੇ 10,000 ਚ ਗਾਰਡ ਰੱਖਣਾ। ਜਿਹੜੇ ਆ ਨੌਜਵਾਨ ਪੰਜਾਬ 'ਚ ਤੁਸੀਂ ਦੇਖੇ ਨਾ, ਮੁੰਡੇ ਬਾਉਂਸਰ ਦੀਆਂ ਤੇ ਗਾਰਡ ਦੀਆਂ ਨੌਕਰੀਆਂ ਕਰਦੇ ਆ, ਇਹ ਆਰਮੀ 'ਚੋਂ ਰਿਟਾਇਰ ਹੋ ਕੇ ਵਿਚਾਰੇ ਜਵਾਨ ਉਮਰੇ ਰਿਟਾਇਰ ਹੋ ਕੇ ਆਏ ਆ ਜੀ। ਔਰ ਯੰਗ ਇੰਨੇ। ਅੱਛਾ ਫਿਰ ਤੁਸੀਂ ਇਹ ਦੇਖੋ ਕਿ ਜਿਹੜਾ 23 ਸਾਲ 'ਚ 17 ਦਾ ਭਰਤੀ ਹੋਇਆ 21 'ਚ ਰਿਟਾਇਰ ਹੋ ਗਿਆ, ਉਹਦਾ ਮੈਚੁਰਿਟੀ ਲੈਵਲ ਹੀ ਨਹੀਂ ਹੈ ਹਲੇ, ਤੇ ਤੁਸੀਂ ਉਹਦੇ ਹੱਥ 'ਚ ਬੰਦੂਕ ਫੜਾਈ, ਉਹਨੂੰ ਵਰਤਿਆ, ਉਹਨੂੰ ਫਰੰਟ ਲਾਈਨ ਤੇ ਉਸ ਤੋਂ ਬਾਅਦ ਵਾਪਸ ਭੇਜਤਾ, ਤੇ ਫਿਰ ਉਹ ਪਿੰਡ ਦੀਆਂ ਕੰਧਾਂ 'ਚ ਵੱਜਦਾ ਫਿਰੂਗਾ ਜੀ। ਔਰ ਉਹ ਬਿਹਾਰ ਤੇ ਯੂਪੀ ਦੇ ਵਿੱਚ ਜਿੱਥੇ ਪਹਿਲਾਂ ਹੀ ਜਾ ਕੇ ਵਾਪਸ ਕੋਈ ਰੁਜ਼ਗਾਰ ਨਹੀਂ ਹੈ, ਔਰ ਉਹਦਾ ਕਰੀਅਰ ਕੀ ਬਣਿਆ? ਔਰ ਉਹਨੂੰ ਵਰਤਿਆ ਜੇ ਉਹ 17 ਤੋਂ 21 ਵਾਲਾ ਇੱਧਰ ਚਲਾ ਗਿਆ, ਉਦੋਂ ਬਾਅਦ ਉਹ ਕੀ ਦੁਬਾਰਾ ਪੜ੍ਹਾਈ ਕਰੂਗਾ? ਉਹ ਦੁਬਾਰਾ ਆਪਦੀ ਕੋਈ ਉਹ ਪੋਸਟ ਗ੍ਰੈਜੂਏਸ਼ਨ ਤੇ ਉਹਦੇ ਵੱਲ ਥਾਟ ਦੇਊਗਾ? ਔਰ ਉਹਦਾ ਜਦੋਂ ਮਾਈਂਡਸੈਟ ਦੁਸ਼ਮਣ ਦੇ ਨਾਲ ਲੜਨ ਦਾ, ਉਹਦਾ ਮਾਈਂਡਸੈਟ ਤੁਸੀਂ ਉਸ ਤਰ੍ਹਾਂ ਦਾ ਬਣਾ ਰਹੇ ਹੋ ਕਿ ਉਹ ਫਰੰਟ ਲਾਈਨ ਤੇ ਲੜਨ ਵਾਲਾ ਹੈ, ਉਹ ਵਾਪਸ ਆ ਕੇ ਉਹ ਉਸ ਤਰ੍ਹਾਂ ਦੀ ਆਫਿਸ ਜੌਬ ਜਾਂ ਉਹ ਨੌਕਰੀ, ਜਾਂ ਨੌਕਰੀਆਂ ਕਿਸ ਪੱਧਰ ਦੀਆਂ ਹੋਣਗੀਆਂ? ਅੱਛਾ ਫਿਰ ਇੱਕ ਹੋਰ ਗੱਲ ਤੁਸੀਂ ਦੇਖੋ, ਚੌਥੇ ਸਾਲ ਆ ਕੇ ਤਕਰੀਬਨ 40,000 ਰੁਪਇਆ ਤਨਖਾਹ ਹੋ ਜਾਣੀ ਹੈ ਜੀ। ਇਨ ਹੈਂਡ 28,000 ਰੁਪਇਆ ਉਹਨੂੰ ਮਿਲਣਾ ਸ਼ੁਰੂ ਹੋਣਾ ਹੈ। ਜਦੋਂ ਰਿਟਾਇਰ ਹੋ ਕੇ ਮੇਨ ਮੁੱਖ ਧਾਰਾ ਦੇ ਵਿੱਚ ਆ ਗਿਆ, 28,000 ਉਹਨੂੰ ਕਿਸੇ ਨੇ ਨਹੀਂ ਦੇਣਾ ਰਾਓ ਜੀ। ਉਹਨੂੰ 8-10,000 ਰੁਪਏ ਤੇ 15,000 ਰੁਪਇਆ ਮੁਸ਼ਕਲ ਨਾਲ, ਜੇ ਤਾਂ ਉਹ ਲਾਇਸੈਂਸੀ ਹਥਿਆਰ ਹੈ ਉਹਦੇ ਕੋਲੇ, ਤਾਂ ਉਹਨੂੰ ਕਹਿਣਗੇ ਤੂੰ ਭਾਈ ਬੈਂਕ ਦੇ ਬਾਹਰ ਖੜ ਜਾ ਲੈ ਕੇ ਜੀ, ਤੇ ਤੈਨੂੰ ਦੇਵਾਂਗੇ ਰੁਪਇਆ 10-12,000 ਆ ਜਿਹੜੀਆਂ ਪ੍ਰਾਈਵੇਟ ਕੰਪਨੀਆਂ। ਜਿਹੜੀਆਂ ਕੰਪਨੀਜ਼ ਕੋਈ MNCs ਨੇ, ਉਹ ਆਰਮੀ 'ਚ ਜੌਬ ਕਰਕੇ ਆਏ ਨੂੰ ਵੈਸੇ ਪ੍ਰੈਫਰ ਨਹੀਂ ਕਰਦੀਆਂ। ਉਹਨਾਂ ਨੂੰ ਲੱਗਦਾ ਇਹਨਾਂ ਦਾ ਮਾਈਂਡਸੈਟ ਬੜਾ ਡਿਫਰੈਂਟ ਹੋ ਜਾਂਦਾ, ਉਹ ਤਾਂ ਹੋਰ ਤਰ੍ਹਾਂ ਦੇਖਦੀਆਂ ਨੇ ਉਹਨਾਂ ਨੂੰ। ਔਰ ਉਮਰ ਕਿੰਨੀ ਹੈ? 21 ਸਾਲ ਉਹਦੀ। ਜਿਹਨੇ ਹਾਲੇ 21 ਸਾਲ ਦੀ ਉਮਰ 'ਚ ਐਜੂਕੇਸ਼ਨਲ ਕਰੀਅਰ ਦੇ ਵਿੱਚ ਤੁਰਨਾ ਵੀ ਨਹੀਂ ਸਿੱਖਿਆ, ਮੈਚੁਰਿਟੀ ਨਹੀਂ ਆਉਂਦੀ ਰਾਓ ਜੀ, ਬਿਲਕੁਲ ਨਹੀਂ ਆਉਂਦੀ। 21 ਸਾਲ ਦੀ ਉਮਰ 'ਚ ਠੀਕ ਹੈ ਤੁਸੀਂ ਜਵਾਨ ਹੋ ਜਾਂਦੇ ਹੋ, ਤੁਹਾਡੀ ਪ੍ਰੋਫੈਸ਼ਨਲ ਮੈਚੁਰਿਟੀ ਨੂੰ ਬਹੁਤ ਸਾਲ, 10 ਸਾਲ ਲੱਗ ਜਾਂਦੇ ਆ ਬੰਦੇ ਨੂੰ ਉਹ ਉਸ ਫੀਲਡ ਦੇ ਵਿੱਚ ਪੂਰੇ। ਤੁਸੀਂ ਮੈਂ ਕੰਮ ਕਰਦੇ ਹਾਂ, ਸਾਨੂੰ ਪਤਾ। ਇਹ ਇੱਕ ਬੜਾ ਵੱਡਾ ਧੋਖਾ ਤੇ ਬਲੰਡਰ ਹੈ। ਔਰ ਸਰਕਾਰ ਨੇ ਥਾਟ ਕਿਉਂ ਲਿਆਂਦਾ? ਔਰ ਫਿਰ 25% ਤੋਂ ਬਾਅਦ ਬਾਕੀ ਰਿਟਾਇਰ ਕਰਨੇ। ਫਿਰ ਤੁਸੀਂ ਦੇਖੋ, ਜਿਹੜੀ ਕੋਈ ਸਸਤਾ ਰਾਸ਼ਨ ਮਿਲਣਾ, ਉਹ 4 ਸਾਲ ਨੌਕਰੀ ਕਰਨੀ ਹੈ ਉਹਨੇ, ਉਦੋਂ ਹੀ ਮਿਲਣਾ, ਅਦਰਵਾਈਜ਼ ਉਹਨੂੰ ਮਿਲਣਾ ਨਹੀਂ, ਉਹ ਨਹੀਂ ਮਿਲਣਾ। ਜਿਹੜੇ ਮੈਡੀਕਲ ਸਰਵਿਸਿਜ਼ ਨੇ, ਆਰਮੀ ਦੇ ਹਸਪਤਾਲ ਨੇ, ਕੋਈ ਲੱਤ ਟੁੱਟ ਗਈ, ਬਾਂਹ ਟੁੱਟ ਗਈ, ਉਹ ਨਹੀਂ ਜਾ ਸਕਦਾ। ਇਹ ਤਾਂ ਤੁਸੀਂ ਇਹ ਛੱਡੋ, ਪੈਰਾਮਿਲਟਰੀ ਦੇ ਜਵਾਨ ਨੇ, ਨਿਰਭੈ ਸਿੰਘ ਦੀ ਕਹਾਣੀ ਅਸੀਂ ਬਹੁਤ ਵਾਰ ਦਿਖਾਈ ਸੀ। ਹੁਣ ਉਹ ਪਰਮਾਤਮਾ ਨੂੰ ਜਾ ਵਸਿਆ। ਉਹਦਾ ਕੱਲਾ ਸਿਰ ਕੰਮ ਕਰਦਾ ਸੀ, ਆ ਗਰਦਨ ਤੋਂ ਉਤਲਾ ਹਿੱਸਾ, ਤੇ ਉਹ 1999 ਚ ਇੱਕ ID ਬਲਾਸਟ ਹੋਇਆ ਸੀਗਾ ਕਸ਼ਮੀਰ ਚ ਜੀ, ਤੇ ਉਹ ਉੱਡਿਆ ਤੇ ਉਹਦਾ ਰੀੜ੍ਹ ਦੀ ਹੱਡੀ ਟੁੱਟ ਗਈ ਜੀ। 20 ਸਾਲ ਉਹ ਬੈੱਡ ਤੇ ਪਿਆ ਰਿਹਾ, ਬੈੱਡ ਸੋਲ, ਐਡੇ ਜ਼ਖਮ ਉਹਦੇ ਮੈਂ ਆਪਦੀ ਅੱਖਾਂ ਨਾਲ ਦੇਖੇ ਆ। ਸ਼ੁਰੂ ਚ ਆਰਮੀ ਹਸਪੀਟਲ ਉਹਨੂੰ ਲੈ ਜਾਂਦੇ, ਪੱਟੀਆਂ ਕਰਾਉਣ ਵਾਸਤੇ ਉਹਦੀ ਘਰ ਵਾਲੀ ਪਿੰਡੋਂ ਪੈਸੇ ਮੰਗਦੀ ਰਹੀ ਹੈ ਰਾਵਰਿੰਦਰ ਜੀ। ਮੁਸ਼ਕਿਲ, ਬਿਲਕੁਲ। ਮਤਲਬ ਤੁਸੀਂ ਆਹ ਹਾਲਾਤ ਨੇ, ਜਿਹੜੇ ਮੇਨ ਸਟਰੀਮ ਵਾਲੇ, ਜਿਹੜੇ ਪਹਿਲਾਂ ਪੈਰਾਮਿਲਟਰੀ ਵਾਲੇ, ਉਹਨਾਂ ਦਾ ਤਾਂ ਆਹ ਹਾਲ ਨੇ ਕਿ ਉਹਦੀ ਕੋਈ ਸਾਰ ਲੈਣ ਨਹੀਂ ਪਹੁੰਚਿਆ। ਸੰਗਰੂਰ ਹਲਕੇ ਦਾ ਸੀ ਉਹ। ਤੇ ਤੁਸੀਂ ਇਹ ਸੋਚੋ ਕਿ ਇਹ 4 ਸਾਲ ਵਾਲਿਆਂ ਦਾ ਕੀ ਬਣੂ। ਔਰ ਜੇ ਸ਼ਹੀਦ ਹੋਏ ਤਾਂ ਜਿੰਨੀ ਸਰਵਿਸ ਬਕਾਇਆ ਜੀ, ਉਨੀ ਤਨਖਾਹ 11 ਲੱਖ ਰੁਪਈਆ,
ਤੇ 40 ਤੋਂ 45 ਲੱਖ ਰੁਪਇਆ ਵੈਸੇ ਮਿਲਣਾ ਹੈ। ਤੁਸੀਂ ਇਹ ਦੇਖੋ, ਔਰ ਇਹ ਇੱਕ ਬੜਾ ਨੈਗੇਟਿਵ ਟ੍ਰੈਂਡ ਸੈੱਟ ਕਰੂਗੀ ਨੌਜਵਾਨਾਂ। ਦੇਸ਼ ਭਗਤੀ ਦੀ ਭਾਵਨਾ ਘੱਟ ਹੋਏਗੀ, ਤੁਸੀਂ ਮੰਨਦੇ ਹੋ ਇਸ ਤਰੀਕੇ ਦੇ ਨਾਲ? ਕਿਉਂਕਿ ਨੌਜਵਾਨਾਂ ਨੂੰ ਪਤਾ 4 ਸਾਲ ਦੇ ਲਈ ਸਾਨੂੰ ਵਰਤਿਆ ਜਾ ਰਿਹਾ, ਹੁਣ ਨੌਜਵਾਨ ਇਹੀ ਕਹਿ ਰਹੇ ਨੇ ਕਿ ਸਰਕਾਰ ਸਾਨੂੰ ਵਰਤਣ ਨੂੰ ਫਿਰ ਰਹੀ ਹੈ। ਦੇਸ਼ ਭਗਤੀ ਦੀ ਭਾਵਨਾ ਤਾਂ ਘਟਦੀ ਨਹੀਂ ਮੈਨੂੰ ਲੱਗਦਾ, ਖਾਸ ਤੌਰ ਤੇ ਜਿਹੜਾ ਇਸ ਲੈਂਡ ਦੇ ਵਸਨੀਕ ਨੇ, ਨਹੀਂ ਘਟਦੀ, ਉਹ ਇੱਕ ਉਹ ਗੱਲ ਹੈ। ਲੇਕਿਨ ਇੱਕ ਫੌਜੀ ਨੂੰ ਵੀ ਪਿੱਛੇ ਆਪਦੇ ਪਰਿਵਾਰ ਦੀ ਇਕਨੋਮਿਕਸ ਦਾ ਤਾਂ ਫਿਕਰ ਹੈ ਨਾ, ਬਿਲਕੁਲ ਬਾਕੀ ਸਾਰੀਆਂ ਗੱਲਾਂ, ਆਪਦੀ ਧਰਤੀ ਦਾ ਫਿਕਰ ਹੈ ਉਹਨੂੰ। ਉਹ ਹੈ ਤਾਂ ਇੱਥੋਂ ਦਾ ਹੀ ਜੰਪਲ, ਤੇ ਬਾਅਦ ਚ ਫੌਜ ਚ ਜਾਂਦਾ ਹੈ ਕਿ ਜੰਮਿਆ ਉਹ ਫੌਜੀ ਥੋੜੀ ਹੁੰਦਾ। ਬਿਲਕੁਲ, ਉਹ ਇੱਥੋਂ ਹੀ ਗਰੂਮ ਹੋਇਆ, ਵੱਡਾ ਹੋਇਆ, ਸਿਲੈਕਟ ਹੋਇਆ ਤੇ ਫੌਜ ਚ ਗਿਆ ਜੀ। ਤਾਂ ਉਹਨੂੰ ਆਪਦੀ ਧਰਤੀ ਨਾਲ, ਆਪਦੇ ਪਰਿਵਾਰ ਨਾਲ, ਆਪਦੇ ਪਿੰਡ ਦੇ ਲੋਕਾਂ ਨਾਲ ਉਹਨੂੰ ਉਹ ਇਮੋਸ਼ਨਸ ਨੇ। ਕੁਛ ਇੱਕ ਅੰਕੜੇ ਮੈਂ ਜ਼ਰੂਰ ਸਾਂਝੇ ਕਰਨੇ ਚਾਹੁੰਦਾ ਜੀ। ਜਵਾਨ ਨੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਤਕਰੀਬਨ 13,40,000 ਦੇ ਨੇੜੇ ਕੁੱਲ ਜਵਾਨ ਨੇ ਜਿਹੜੇ ਤਿੰਨਾਂ ਸੈਨਾਵਾਂ, ਜਿਹੜੀਆਂ ਤਿੰਨਾਂ ਫੌਜਾਂ ਦੇ ਵਿੱਚ ਨੇ। ਆਰਮੀ ਦੇ ਵਿੱਚ 11.21 ਲੱਖ, ਮਤਲਬ 11,21,000 ਨੇ। ਏਅਰ ਫੋਰਸ ਦੇ ਵਿੱਚ 1,47,000 ਨੇ। ਨੇਵੀ ਦੇ ਵਿੱਚ 84,000 ਜਵਾਨ ਤੇ ਅਫਸਰ ਨੇ ਸਾਡੇ ਮੁਲਕ ਦੇ ਵਿੱਚ, ਜਿਹਦੇ ਸਭ ਤੋਂ ਜ਼ਿਆਦਾ 2,18,000 ਦੇ ਨੇੜੇ ਜਵਾਨ ਯੂਪੀ ਤੋਂ ਆਉਂਦੇ ਹੈ। ਦੂਜੇ ਨੰਬਰ ਤੇ ਬਿਹਾਰ ਹੈ, ਤੇ ਬਿਹਾਰ ਤੋਂ 1 ਲੱਖ ਦੇ ਨੇੜੇ ਤੇੜੇ ਜਵਾਨ ਜਿਹੜਾ ਉਹ ਆਉਂਦਾ ਹੈ। ਹੁਣ ਇਹੀ ਇੱਕ ਰੀਜ਼ਨ ਹੈ ਕਿ ਸਭ ਤੋਂ ਵੱਧ ਵਿਰੋਧ ਜਿਹੜਾ ਇਹਨਾਂ ਸੂਬਿਆਂ ਦੇ ਵਿੱਚ ਹੋ ਰਿਹਾ ਹੈ। ਰਾਜਸਥਾਨ ਇਹਦੇ 'ਚ ਤੀਜੇ ਨੰਬਰ ਤੇ ਹੈ, ਤਕਰੀਬਨ ਬਿਹਾਰ 'ਚ 1,04,000 ਦੇ ਨੇੜੇ ਜਵਾਨ ਆਉਂਦਾ ਤਾਂ ਰਾਜਸਥਾਨ 'ਚ 1,03,000 ਹੈ। 1000 ਕੁ ਦਾ ਹੀ ਫਰਕ ਹੈ ਸਿਰਫ। ਮਹਾਰਾਸ਼ਟਰ 'ਚ 93,938 ਹੈ ਤੇ ਪੰਜਾਬ ਤੋਂ 93,438 ਆਉਂਦੇ ਆ। ਮਤਲਬ ਅਸੀਂ ਪੰਜਾਬ ਵਾਲੇ 500 ਜਵਾਨ ਘੱਟ ਨੇ ਮਹਾਰਾਸ਼ਟਰ ਨਾਲੋਂ। ਹਰਿਆਣੇ 'ਚ 99,000 ਜਵਾਨ ਹੈ। ਮੈਂ ਪਹਿਲਾਂ ਸ਼ਾਇਦ ਅੰਕੜਾ ਗਲਤ ਦੱਸ ਗਿਆ ਹੋਵਾਂ। ਹਰਿਆਣੇ 'ਚ 99,239 ਜਵਾਨ, ਮਤਲਬ 5% ਟੋਟਲ ਜਿਹੜਾ ਉਹ ਦਿੰਦਾ ਹੈ। ਔਰ ਜੇ ਅਸੀਂ ਬੇਰੁਜ਼ਗਾਰੀ ਦਰ ਦੀ ਗੱਲ ਕਰੀਏ ਤਾਂ ਹਰਿਆਣੇ 'ਚ 26.72, ਮੈਂ ਪਹਿਲਾਂ ਵੇਗ ਜਾ 25% ਦੱਸਿਆ ਸੀਗਾ, ਐਗਜ਼ੈਕਟ ਦਰ ਜਿਹੜੀ ਹੈ ਉਹ 26.72% ਹਰਿਆਣੇ ਦੀ ਬੇਰੁਜ਼ਗਾਰੀ ਦਰ ਹੈ। ਰਾਜਸਥਾਨ ਦੀ 24.96 ਜਿਹੜੀ % ਹੈ ਉਹ ਬੇਰੁਜ਼ਗਾਰੀ ਦਰ ਹੈ। ਬਿਹਾਰ ਤੀਜੇ ਨੰਬਰ ਤੇ 14.45 ਤੇ ਹੈ, ਤੇ ਹਿਮਾਚਲ 'ਚ 12.06% ਜਿਹੜੀ ਉਹ ਬੇਰੁਜ਼ਗਾਰੀ ਦਰ ਹੈ। ਤੁਸੀਂ ਦੇਖੋ ਕਿੰਨੀ ਜ਼ਿਆਦਾ ਦਰ, ਔਰ ਇਹਨਾਂ ਸੂਬਿਆਂ ਦੇ ਵਿੱਚ ਹੀ ਮੇਨਲੀ ਬਿਹਾਰ, ਰਾਜਸਥਾਨ, ਹਰਿਆਣਾ ਦੇ ਵਿੱਚ ਇਹ ਯੂਪੀ ਦੇ ਵਿੱਚ 4.36% ਬੇਰੁਜ਼ਗਾਰੀ ਦਰ ਹੈ। ਹਾਲਾਂਕਿ ਇਹ ਅੰਕੜਿਆਂ ਤੇ ਵੀ ਬੜਾ ਮੈਨੂੰ ਹੈਰਾਨੀ ਹੋਈ ਸੀ ਕਿ ਯੂਪੀ 'ਚ ਘੱਟ ਕਿਉਂ ਹੈ। ਪਰ ਰਾਓ ਵਰਿੰਦਰ ਦੀ ਜਿਹੜੀ ਗੱਲ ਮੈਂ ਕਰ ਰਿਹਾ ਸੀਗਾ ਕਿ ਹਰ ਸਾਲ ਜਿਵੇਂ ਰਾਜਨਾਥ ਸਿੰਘ ਰਾਜ ਸਭਾ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਦੇਸ਼ ਦੇ ਵਿੱਚ ਹਰ ਸਾਲ ਆਰਮੀ ਦੀ ਔਸਤਨ 90 ਤੋਂ 100 ਭਰਤੀ ਰੈਲੀਆਂ ਹੁੰਦੀਆਂ। 2020-21 ਦੇ ਵਿੱਚ 97 ਹੋਣੀਆਂ ਸੀ, ਪਰ ਸਿਰਫ 47 ਹੋ ਸਕੀਆਂ। 2021-22 ਦੇ ਵਿੱਚ 4 ਹੋਈਆਂ ਸਿਰਫ। ਮੈਂ ਮੇਰੇ ਖਿਆਲ ਪਹਿਲਾਂ 21-22 ਦੇ ਵਿੱਚ 20-21 ਦੇ ਵਿੱਚ 4 ਦੱਸੀਆਂ ਸੀ। 21-22 ਦੇ ਵਿੱਚ ਐਗਜ਼ੈਕਟ ਅੰਕੜਾ ਜਿਹੜਾ ਮੈਂ ਉਹ ਦੱਸ ਰਿਹਾ ਤੁਹਾਨੂੰ ਕਿ ਤਕਰੀਬਨ 2020-21 ਦੇ ਵਿੱਚ 97 ਹੋਣੀਆਂ ਸੀ, 47 ਹੋਈਆਂ। 2021-22 ਦੇ ਵਿੱਚ 87 ਹੋਣੀਆਂ ਸੀ, 4 ਹੋਈਆਂ। ਔਰ ਕਰੋਨਾ ਕਰਕੇ ਕਾਮਨ ਐਂਟਰੈਂਸ ਐਗਜ਼ਾਮ ਨਹੀਂ ਹੋਇਆ, ਭਰਤੀਆਂ ਹੋਈਆਂ ਹੀ ਨਹੀਂ। ਮਤਲਬ ਅੰਕੜਿਆਂ ਤੋਂ ਇਹ ਸਾਫ਼ ਹੁੰਦਾ ਹੈ ਕਿ 90 ਤੋਂ 100 ਰੈਲੀਆਂ ਜਿਹੜੀਆਂ ਭਰਤੀ ਦੀਆਂ ਹੁੰਦੀਆਂ, ਉਹਨਾਂ ਦੇ ਜ਼ਰੀਏ ਤਕਰੀਬਨ 60,000 ਜਵਾਨ ਹਰ ਸਾਲ ਭਰਤੀ ਹੁੰਦੇ ਆ, ਜਿਹਦੇ 'ਚੋਂ ਕਰੀਬ 40% ਯੂਪੀ, ਬਿਹਾਰ, ਰਾਜਸਥਾਨ, ਹਰਿਆਣਾ ਤੇ ਹਿਮਾਚਲ 'ਚੋਂ ਹੁੰਦੀਆਂ। ਹਿਮਾਚਲ ਨੂੰ ਛੱਡ ਦਈਏ ਤਾਂ ਜ਼ਿਆਦਾ ਆਬਾਦੀ ਵਾਲੇ ਸੂਬਿਆਂ ਦੇ ਵਿੱਚ ਹਰ ਭਰਤੀ ਰੈਲੀ 'ਚ 1 ਤੋਂ 1.5 ਲੱਖ ਜਵਾਨ ਜਿਹੜਾ ਉਹ ਇਸ ਰੈਲੀ ਦੇ ਵਿੱਚ ਹਿੱਸਾ ਲੈਣ ਜਾਂਦਾ। ਹੁਣ ਜੇ ਆਪਾਂ ਸੈਲਰੀ ਦੀ ਗੱਲ ਕਰੀਏ ਤਾਂ ਜਿਹੜੀ ਰੈਗੂਲਰ ਸੈਨਿਕ ਨੂੰ ਸੈਲਰੀ ਮਿਲਦੀ ਹੈ ਉਹ ਟੋਟਲ ਸੈਲਰੀ ਮੰਥਲੀ 25,000 ਰੁਪਏ ਹੈ। ਇਨ ਹੈਂਡ 21,700 ਰੁਪਇਆ ਮਿਲਦਾ ਉਹਨਾਂ ਨੂੰ। ਪਰ ਜਿਹੜਾ ਅਗਨੀਵੀਰ ਹੈ ਉਹਨੂੰ 30,000 ਰੁਪਏ ਮਿਲਣੀ ਹੈ, ਔਰ ਇਨ ਹੈਂਡ 21,000 ਰੁਪਇਆ ਮਿਲਣਾ ਹੈ। ਚੌਥੇ ਸਾਲ ਜਾ ਕੇ ਅਗਨੀਵੀਰ ਨੂੰ 40,000 ਰੁਪਇਆ ਸੈਲਰੀ ਮਿਲਣੀ ਹੈ, ਇਨ ਹੈਂਡ 28,000 ਰੁਪਇਆ ਮਿਲਣਾ ਹੈ। ਨੌਕਰੀ ਉਹ 19 ਸਾਲ ਦੀ ਕਰਦੇ ਹੈ, ਇਹਨਾਂ ਦੀ 4 ਸਾਲ ਦੀ ਅਗਨੀਵੀਰਾਂ ਦੀ ਹੋਗੀ। ਟ੍ਰੇਨਿੰਗ ਨੋਰਮਲ ਸੈਨਿਕ 11 ਮਹੀਨੇ ਦੀ ਕਰਦਾ ਹੈ, ਅਗਨੀਵੀਰ 6 ਮਹੀਨੇ ਦੀ ਕਰੂਗਾ। ਪੈਨਸ਼ਨ ਉਹਨੂੰ ਜ਼ਿੰਦਗੀ ਭਰ ਮਿਲਦੀ ਹੈ, ਇਹ ਕੋਈ ਪੈਨਸ਼ਨ ਅਗਨੀਵੀਰ ਨੂੰ ਨਹੀਂ ਮਿਲਣੀ। 20 ਲੱਖ ਰੁਪਏ ਦਾ ਇੰਸ਼ੋਰੈਂਸ ਨੋਰਮਲ ਸੈਨਿਕ ਦਾ, ਲੇਕਿਨ ਅਗਨੀਵੀਰ ਦਾ 48 ਲੱਖ ਰੁਪਏ ਦਾ ਇੰਸ਼ੋਰੈਂਸ ਰਾਓ ਵਰਿੰਦਰ ਜੀ ਦਿੱਤਾ ਗਿਆ। ਜੇ ਸ਼ਹੀਦ ਹੋ ਜਾਂਦਾ ਹੈ ਤਾਂ ਰੈਂਕ ਦੇ ਹਿਸਾਬ ਤੋਂ ਨੋਰਮਲ ਸੈਨਿਕ ਨੂੰ 25 ਤੋਂ 45 ਲੱਖ ਰੁਪਇਆ ਮਿਲਦਾ ਹੈ।
ਪਰ ਅਗਨੀਵੀਰ ਨੂੰ 44 ਲੱਖ ਰੁਪਇਆ ਨੌਕਰੀ ਜਿਹੜੀ ਬਚੀ ਉਹਦਾ ਪੈਸਾ ਤੇ 11,71,000 ਰੁਪਇਆ ਜਿਹੜਾ ਉਹ ਜਿਹੜਾ ਫੰਡ ਜਿਹੜਾ ਉਹ ਨੌਕਰੀ ਖਤਮ ਹੋਣ ਤੇ ਉਹ ਮਿਲਣਾ ਹੈ। ਸਾਲ 'ਚ 90 ਛੁੱਟੀਆਂ ਮਿਲਦੀਆਂ ਨੇ ਨਾਰਮਲ ਸੈਨਿਕ ਨੂੰ। ਅਗਨੀਵੀਰ ਦੀ ਕੋਈ ਛੁੱਟੀ ਜਿਹੜੀ ਹੈ ਉਹ ਹਾਲੇ ਡਿਟਰਮਿਨ ਹੀ ਨਹੀਂ ਕੀਤੀ ਗਈ। ਆਰਮੀ ਕੰਟੀਨ ਜਿਹੜੀ ਹੈ ਉਹ ਸਾਰੀ ਜ਼ਿੰਦਗੀ ਵਰਤ ਸਕਦਾ ਹੈ ਰਿਟਾਇਰ ਹੋਣ ਤੋਂ ਬਾਅਦ ਵੀ। ਇਹ ਇਕੱਲੀ ਨੌਕਰੀ ਤੱਕ 4 ਸਾਲ ਕੰਟੀਨ ਵਰਤ ਸਕਣਗੇ। ਆਰਮੀ ਸਕੂਲ 'ਚ ਬੱਚਿਆਂ ਵਾਸਤੇ ਕੋਟਾ ਹੈ, ਇਹਨਾਂ ਦਾ ਕੋਈ ਇਹਦੇ 'ਚ ਡਿਟਰਮਿਨ ਹੀ ਨਹੀਂ ਕੀਤਾ ਗਿਆ ਕਿ ਕੱਲ ਨੂੰ ਤੁਸੀਂ 22 ਸਾਲ ਦੇ ਹੋ ਗਏ, ਰਿਟਾਇਰ ਹੋ ਗਏ ਜੀ ਉੱਥੋਂ, ਉਦੋਂ ਬਾਅਦ ਵਿਆਹ ਕਰਾ ਕੇ ਨਿਆਣੇ ਹੋ ਗਏ ਤੇ ਉਹਨਾਂ ਨੂੰ ਆਰਮੀ ਸਕੂਲ 'ਚ ਕੋਈ ਜਿਹੜਾ ਉਹ ਕੋਟਾ ਨਹੀਂ ਮਿਲਣਾ। ਮੈਡੀਕਲ ਸੁਵਿਧਾ ਵੀ ਉਹ ਨਾਰਮਲ ਸੈਨਿਕ ਨੂੰ ਸਾਰੀ ਜ਼ਿੰਦਗੀ ਮਿਲਣੀ ਹੈ, ਇਹਨਾਂ ਨੂੰ ਕੱਲੀ ਨੌਕਰੀ ਤੱਕ ਜਿਹੜੀ ਹੈ ਉਹ ਮੈਡੀਕਲ ਸੁਵਿਧਾ ਰਾਓ ਵਰਿੰਦਰ ਜੀ ਮਿਲਣੀ ਹੈ। ਤਾਂ ਇਹ ਜਿਹੜਾ ਡਿਟੇਲਡ ਕੰਪੈਰੀਜ਼ਨ ਐਨਾਲਿਸਿਸ ਹੈ ਇਹ ਵੀ ਬੜਾ ਜ਼ਰੂਰੀ ਸੀ। ਔਰ ਪਰ ਇਹਦੇ ਵਿੱਚ ਤਾਂ ਫਿਰ ਉਹੀ ਗੱਲ ਆ ਨਾ ਕਿ ਬਹੁਤ ਸ਼ਰੇਆਮ ਧੱਕਾ ਨਜ਼ਰ ਆ ਰਿਹਾ ਕਿ ਤੁਸੀਂ ਸਹੀ ਨਹੀਂ ਲੱਗ ਰਿਹਾ। ਫਿਰ ਸਰਕਾਰ ਕਹਿ ਰਹੀ ਹੈ ਜੀ ਘੱਟੋ ਘੱਟ ਇਹ ਤਾਂ ਦੇ ਰਹੇ ਹਾਂ ਅਸੀਂ, ਪਰ ਮੈਨੂੰ ਲੱਗਦਾ ਕਿ 24 ਦੀਆਂ ਚੋਣਾਂ ਤੋਂ ਪਹਿਲਾਂ ਅੰਕੜੇ ਵੀ ਆਸਾਨ ਨਹੀਂ ਨਾ ਕਰ ਰਹੀ ਕੋਈ ਸਰਕਾਰ। 24 ਦੀਆਂ ਚੋਣਾਂ ਤੋਂ ਪਹਿਲਾਂ ਅੰਕੜੇ ਦੇਣੇ ਸੀ ਨਾ, ਇੰਨੇ ਲੱਖ ਬੰਦਾ ਭਰਤੀ ਕਰ ਲਿਆ ਸੀ, ਇਹ ਵੀ ਇੱਕ ਫੈਕਟ।